अस्सलाम वालेकुम रहमतुल्लाहि व बरकातहू। दोस्तों, आज की ताज़ा तरीन खबरें ये हैं कि हमारे मुल्क को खाला जी का बेटा समझने वाले, हमारे आइन और कानून से मुल्क से खेलने वाले, जो मियां मोहम्मद साहब का शेर है कि फस गई जान शिकंजे अंदर से जो मिले विच गन्ना रो नुको हुन रवे मोहम्मद जो हुन रवे तमन्ना। वो जब आपने सारा बेड़ागर कर दिया है, जो सारा तबाही लाती जब मुल्क की, तो हम मुल्क को सीधा करने वास्ते ताड़े आइन ते कानून दे पुरजे बिखेरे ने उन्होंने कट्ठे करने वास्ते कट्ठे होने पे हैं। तो तुहाडी जान ते बनी है, तुसीं तुहाडा मकसद की कहण दा इक्को ही मकसद है कि यह जिहड़ा केस है, जिहड़ा असीं गलत तशरीह कीती सी, इहनूं ना खोलिया जावे। इहनूं खोलिया जाएगा, मुल्क सीधा पासे जाएगा। मुल्क दे जिहड़ा कानून शिकनी हुई है, उहदे जिहड़े मुजरम ने वो फिक्स हो जाणगे। मुजरम ए जज हैगे ने, ए जज ने, इन्हां दे पिछे हैंडलर ने, इन्हां दे पिछे फॉरेन फंडिंग है, इन्हां दे पिछे वकील ने, इन्हां दे पिछे वो अदारे ही बैठे बंदे घुस बैठी है, सारे ने। एम एक ही है, वजह एक ही है कि कोई तरीका ऐसा लगे काजी फाइज साहब के रिटायरमेंट तो पहले यह केस ना लगे। क्यों कि काजी फाइज साहब ने असूल तो फैसला कर देना है, कानून तो फैसला कर देना है। बाकी थोड़े जज रहेंगे, काजी फाइज साहब चला जाएगा, असं पीछे जो मर्जी करेंगे, जिससे पहले जो मर्जी करने। अज तो खबर है ने जी, मनसूर वो अज उन्हें बैठना सी उहदे विच, मतलब कि वो वैसे ही छुट्टी लैके चला गया। वो छुट्टी लैके कोई एमरजेंसी पै गई जी उन्होंने। ਇਹੋ ਜਿਹੇ ਕੰਮਾਂ ਤੇ ਅਕਸਰ ਐਮਰਜੈਂਸੀ ਪੈ ਜਾਂਦੀ ਨੇ, ਕਿਉਂਕਿ ਇੱਕ ਦਿਨ ਕਰਕੇ ਇੱਕ ਘੰਟਾ ਕਰਕੇ ਕੱਢਦੇ ਪਏ ਨੇ। ਹੁਣ ਉਹ ਚਲਾ ਗਿਆ ਸਕੀਮ ਕਿ ਲਾਈ ਕੋੜਾ ਬੂਰਾ ਬੰਦ ਹੈਗਾ, ਉਹ ਜਿਹਨੂੰ ਮੁਨੀਬ ਅਖਤਰ ਕਹਿੰਦੇ ਨੇ, ਉਹ ਤੇ ਵੈਸੇ ਹੀ ਦਫਾ ਹੋ ਗਿਆ ਨਾ, ਵਿੱਚੋਂ ਨਿਕਲ ਗਿਆ। ਉਹਨੇ ਤੇ ਰਿਫਿਊਜ਼ ਕਰਕੇ ਬਾਹਰ ਹੋ ਗਿਆ, ਬੈਂਚ ਫੇਰ ਬਣ ਗਿਆ। ਹੁਣ ਡਿਲੇਇੰਗ ਟੈਕਟਿਸ ਮਨਸੂਰ ਉਹਦੇ ਚਲਾ ਗਿਆ, ਵਕੀਲਾਂ ਨੂੰ ਇਕੱਠੇ ਕਰਕੇ ਬਾਹਰ ਖਿਲਾਰਤਾ। 1 ਮਿੰਟ ਲੱਗਦਾ ਇੰਤਸ਼ਾਰ ਫੌਰਨ ਫਲਾਣ ਵਾਸਤੇ ਜਾਂਦੇ ਨੇ, ਉਹ ਉਹਨਾਂ ਨੂੰ ਬਾਹਰ ਖੜੇ ਕਰਤਾ ਤੇ ਅੰਦਰ ਇੱਕ ਵਕੀਲ ਭੇਜਿਆ, ਉਹਨੂੰ ਕਹਾ ਬਦਤਮੀਜ਼ੀ ਕਰ ਜਾ ਕੇ, ਬਦਤਮੀਜ਼ੀ ਕਰ, ਇਹੋ ਜਿਹਾ ਮਸਲਾ ਪੈਦਾ ਕਰ ਕਿ ਅਸਲ ਗੱਲ ਭੁੱਲ ਜਾਵੇ ਤੇ ਇਹ ਵੱਡਾ ਪੈ ਜਾਵੇ। ਉਹਨਾਂ ਦਾ ਮਕਸਦ ਸੀ ਕਿ ਇਹਦਾ ਉਹ ਲਾਇਸੈਂਸ ਜਿਹੜਾ ਉਹਨੂੰ ਖਾਰਿਜ ਕਰ ਦੇਣਗੇ, ਜਿਸ ਉਹ ਸਾਕਬ ਨਸੂਰ ਕਰਦਾ ਸੀ। ਜੋ ਨੋਟਿਸ ਮਿਲਦੇ ਸੀ, ਨੋਟਿਸ ਮਿਲਿਆ ਕੱਖ ਨਾ ਹੀ ਲਿਆ, ਇਹੋ ਜਿਹੇ ਕੰਮ ਹੋਣਗੇ। 1 ਮਿੰਟ ਦੇ ਉਹ ਜਨਾਬ ਕਹੇਗਾ ਲਿਆ ਤੇ ਲਾਇਸੈਂਸ ਤੂੰ ਦੁਬਾਰਾ ਕਿਤੇ ਪੇਸ਼ ਨਹੀਂ ਹੋਣਾ, ਨਾ ਹੱਲ ਕਰ ਦੇਣਾ। ਉਹ ਕਾਜ਼ੀ ਫਾਇਜ਼ ਸਾਹਿਬ ਇਹ ਗੱਲ ਨੂੰ ਸਮਝਦਾ कि भी इन्होंने गल का रुख होर पासे चेंज करना। उन्हें कहा जी लगे रहो, उन्हें कहा जाओ जो होना कर लवो, जो तुहाडे कोल कर लवो, रोक सको तो रोक लो। खैर काफ़ी बदमजगियां, काफ़ी रोले शोले पा के वो मुलतवी हो गई कल तक, तो कल भी वो इत्थे ही बैठा है। अगर इन्हों का ज़हन है ना कि भी इन्हों 1 घंटा करके असीं अगे ले जाएंगे, तो साडे कोल भी रस्ते है, इन्हों होर अगे ले जावांगे। बई मसला है कि असीं मुल्क नूं बचाउण दे पासे लगे हैं, तुसीं मुल्क नूं डुबाउण वाले पासे नहीं लगे। तुसीं डुबो चुके हो। ਉਹ ਜਿਹੜਾ ਤੁਸੀਂ ਕਹਿੰਦੇ ਤਬਦੀਲੀ ਆ ਨਹੀਂ ਰਹੀ, ਤਬਦੀਲੀ ਆ ਚੁੱਕੀ ਹੈ। ਉਹ ਤਬਦੀਲੀ ਦਾ ਬੇੜਾ ਗਰਕ ਜਿਹੜਾ ਕੀਤਾ ਉਹਨੂੰ ਸਹੀ ਤੇ ਕਰਨੇ ਆ। ਤੇ ਸਹੀ ਗੱਲ ਪੁੱਛੋ ਕਿ ਤਬਦੀਲੀ ਹੁਣ ਵੀ ਆ ਚੁੱਕੀ ਜੇ, ਉਹ ਵਾਲੀ ਤੁਹਾਡੇ ਵਾਲੀ ਤਬਦੀਲੀ ਨਹੀਂ, ਹੁਣ ਪਾਕਿਸਤਾਨ ਦੇ ਸਿੱਧੇ ਪਾਸੇ ਜਾਣ ਵਾਲੀ ਤਬਦੀਲੀ। ਪਾਕਿਸਤਾਨ ਦੇ ਵਿੱਚ ਤੁਹਾਡਾ ਹੈੱਡ ਆਫਿਸ ਵੀ ਹੈਗਾ, ਤੁਹਾਡਾ ਹੈੱਡ ਆਫਿਸ ਸਮਝਦੇ ਪਏ ਹੋ ਨਾ, ਉਹ ਪਾਕਿਸਤਾਨ ਦੇ ਵਿੱਚ ਹੀ ਹੈਗਾ। ਜਿੰਨੇ ਤੁਸੀਂ ਸਾਰਾ ਚੱਕਰ ਚਲਾ ਰਹੇ ਹੋ ਨਾ, ਜਿਹੜੇ ਮਹਿਕਮੇ ਮੁੱਕੇ ਵਿੱਚ ਛੁਪੇ ਹੋ, ਐਸਾ ਨਾ ਹੋਵੇ ਕਿ ਜਿਸ ਤਰ੍ਹਾਂ ਤੁਸੀਂ ਭੱਜ ਕੇ ਸੁਪਰੀਮ ਕੋਰਟ ਚੜ੍ਹ ਜਾਂਦੇ ਜੇ, ਭੱਜ ਕੇ ਪਾਰਲੀਮੈਂਟ ਚੜ੍ਹ ਜਾਂਦੇ ਜੇ, ਭੱਜ ਕੇ ਹੋਰ ਪਾਸੇ ਚੜ੍ਹ ਜਾਂਦੇ ਜੇ। ਸ਼ੁਕਰ ਕਰੋ ਪਾਕਿਸਤਾਨ ਨੂੰ ਸਮਝ ਨਹੀਂ ਪਈ ਲੱਗਦੀ। ਅਗਰ ਜਿਸ ਦਿਨ ਲੱਗੇ ਕਿਤੇ ਤੁਹਾਡੇ ਹੈੱਡ ਆਫਿਸ ਨਾਲ ਚੜ੍ਹ ਜਾਣ, ਸਾਰੇ ਚੜ੍ਹ ਗਏ ਤਾਂ ਫਿਰ ਉਹੀ ਕੰਮ ਹੋਣਾ ਹੈ ਜਿਹੜਾ ਪਹਿਲੇ ਹੋਇਆ ਸੀ। ਫਿਰ ਬਾਅਦ 'ਚ ਤੁਸੀਂ ਬਾਹਰ ਨਿਕਲੇ ਸੀ, ਨਸੇ ਸੀ। ਬਹਰਹਾਲ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਹੁੰਦੀਆਂ, ਕਈ ਗੱਲਾਂ ਬੰਦਾ ਕਰ ਨਹੀਂ ਸਕਦਾ, ਮਜਬੂਰੀ ਹੈ, ਕੀ ਕਰੀਏ। ਗੱਲ ਹੈਗੀ ਹੈ ਜੀ ਕਿ ਪਾਕਿਸਤਾਨੀਓ, ਜੇ ਅਗਰ ਤੁਸੀਂ ਮੁਲਕ ਨੂੰ ਬਚਾਉਣਾ ਹੈ ਤੇ ਅੱਖਾਂ ਖੋਲੋ, ਵੇਖੋ ਆਇਨ ਦੇ ਨਾਲ, ਕਾਨੂੰਨ ਦੇ ਨਾਲ ਕੌਣ ਖਲੋਤਾ ਹੈ, ਤੁਹਾਡੇ ਪਾਕਿਸਤਾਨ ਨੂੰ ਬਚਾਉਣ ਵਾਲੇ ਪਾਸੇ ਕੌਣ ਖੜਾ ਹੈ। ਪਾਕਿਸਤਾਨ ਨੂੰ ਡੁਬੋ ਕੇ ਮਜ਼ੀਦ ਡੁਬਾਉਣ ਵਾਸਤੇ ਕਿਹੜੇ ਲੋਕ ਸੜਕਾਂ 'ਤੇ ਨਿਕਲਦੇ ਨੇ। ਇਹਨਾਂ ਨੂੰ ਜਿਹੜੇ ਸੜਕਾਂ 'ਤੇ ਨਿਕਲਦੇ ਨੇ, ਪਹਿਲੇ ਗੱਲ ਨੂੰ ਤਾਂ ਸਮਝੋ ਕਿ ਕੀ ਕਰ ਰਹੇ ਨੇ। ਉਹਨਾਂ ਡਿਮਾਂਡ ਤੇ ਪੁੱਛੋ, ਡਿਮਾਂਡ ਕੋਈ ਜੇ ਸਾਡਾ ਉਹ ਛੱਡ ਦਿਓ ਜਿਹੜਾ ਸਾਡਾ ਭਗਵਾਨ ਹੈਗਾ, ਇੰਨੀ ਡਿਮਾਂਡ ਹੈ। ਹੁਣ ਦੱਸੋ ਭਗਵਾਨ ਪਾਕਿਸਤਾਨ ਤੋਂ ਉੱਤੇ ਆ ਇਹਨਾਂ ਦਾ, ਸਾਡਾ ਨਹੀਂ ਇਹਨਾਂ ਦਾ ਭਗਵਾਨ। ਉੱਤੇ ਆ ਕੇ ਪਾਕਿਸਤਾਨ ਉੱਤੇ ਆ, ਤੁਸੀਂ ਫੈਸਲਾ ਕਰਨਾ। ਕੋਈ ਵੀ ਬੰਦਾ, ਭਾਵੇਂ ਨਵਾਜ਼ ਸ਼ਰੀਫ ਹੋਵੇ, ਭਾਵੇਂ ਕੋਈ ਜੱਜ ਹੋਵੇ, ਉਹ ਪਾਕਿਸਤਾਨ ਤੋਂ ਉੱਤੇ ਕਿਸ ਤਰ੍ਹਾਂ ਹੋ ਗਿਆ ਜੀ। ਪਾਕਿਸਤਾਨ ਅਗਰ ਹੈਗਾ ਤਾਂ ਸਾਰੇ ਹੈਗੇ ਨੇ, ਵਰਨਾ ਕੋਈ ਵੀ ਨਹੀਂ ਹੈਗਾ। ਉਹ ਸਮਝਦੇ ਨੇ ਕਿ ਅਗਰ ਪਾਕਿਸਤਾਨ ਨਾਲ ਰਿਹਾ ਤਾਂ ਅਸੀਂ ਰਵਾਂਗੇ, ਕਿਉਂਕਿ ਜਦੋਂ ਪਾਕਿਸਤਾਨ ਤੇ ਅਸੀਂ ਕਬਜ਼ਾ ਕਰਾਵਾਂਗੇ ਤਾਂ ਅਸੀਂ ਲੀਡਰ ਬਣਾਂਗੇ ਇੱਥੇ। ਨਹੀਂ, ਇਹਨਾਂ ਤੇ ਭੁੱਲ ਗਈ ਹੈ। ਜਿਨ੍ਹਾਂ ਲੋਕਾਂ ਦੇ ਪੈਸੇ ਤੇ ਜੰਪ ਮਾਰਦੇ ਫਿਰਦੇ ਨੇ, ਉਹ ਤੇ ਜਦੋਂ ਬੰਦੇ ਨੂੰ ਇਸਤੇਮਾਲ ਕਰ ਲੈਂਦੇ ਨੇ, ਜਦੋਂ ਬੰਦੇ ਨੂੰ ਉਹ ਖਾਲੀ ਖੋਲ ਰਹਿੰਦਾ ਤੇ ਉਹਨੂੰ ਤੇ ਤਬਾਹ ਕਰ ਦਿੰਦੇ ਨੇ। ਉਹ ਭਾਵੇਂ ਇਰਾਨ ਜਾ ਕੇ ਮਰਵਾਉਣਾ ਪਵੇ, ਭਾਵੇਂ ਕਿੱਥੇ ਜਾ ਕੇ ਮਰਵਾਉਣਾ ਪਵੇ, ਉਹਨੂੰ ਫਰਕ ਕਰ ਦਿੰਦੇ ਨੇ, ਕਿਉਂਕਿ ਉਹਦੇ ਕੋਲ ਬੜੀਆਂ ਗੱਲਾਂ ਹੁੰਦੀਆਂ ਨੇ। ਹੁਣ ਆਇਓ ईरान की जो गल है जी, तो ईरान वाले पास चले जाने। ईरान एडा पुरअमन मुल्क साबित होया कि वह जो किसी मुल्क से हमला भी करता है तो बंबा अपने राकटा कहता राकट जी उत्थे जाके तबाही ना करना, किसी टच ना करना। और फिर उन्होंने राकट पहले प्यार करता है, फिर तेज सिर मलता है,
ਟਾਕੇ ਟੁਕੇ ਮਾਰਦਾ, ਫਿਰ ਚੁੱਕ ਕੇ ਫੋਨ ਕਰਦਾ ਅਮਰੀਕਾ ਨੂੰ, ਜਿਹੜੇ ਅਮਰੀਕਾ ਨੇ ਪਾਬੰਦੀਆਂ ਲਾਈਆਂ ਨੇ, ਜਿਹੜੇ ਅਮਰੀਕਾ ਨਾਲ ਦੁਸ਼ਮਣੀ ਹੈ ਈਰਾਨ ਦੀ, ਸਾਰੀ ਦੁਨੀਆ ਨੂੰ ਇਹ ਪਤਾ ਅਮਰੀਕਾ ਦੀ ਤੇ ਈਰਾਨ ਦੀ ਬੜੀ ਦੁਸ਼ਮਣੀ ਹੈ। ਉਹਨੂੰ ਫੋਨ ਕਰਦਾ ਕਿ ਮੈਂ ਇੰਨੇ ਮਿਜ਼ਾਈਲ ਛੱਡਣ ਲੱਗਾ, ਤੇ ਉਹਨਾਂ ਨੂੰ ਦੱਸ ਦੇਣਾ ਕਿ ਵੀ ਉਹ ਥੱਲੇ ਆ ਕੇ ਕਰਨਗੇ ਕੁਛ ਨਹੀਂ, ਲੇਕਿਨ ਫਿਰ ਵੀ ਤੁਸੀਂ ਖਬਰਦਾਰ ਰਹਿਣਾ, ਸ਼ਾਇਦ ਕੋਈ ਪਟਾਕਾ ਪਟੂਕਾ ਸਿੱਧਾ ਨਾ ਚੱਲ ਜਾਵੇ। ਉਹ ਫਿਰ ਛੱਡਦਾ, ਉਹ ਫਿਰ ਹੌਲੀ ਹੌਲੀ ਉੱਥੇ ਪਹੁੰਚ ਜਾਣਾ ਰਸਤੇ 'ਚ। ਉਹ ਪਹਿਲੇ ਇਤਲਾਹ ਕਰ ਦਿੰਦਾ ਕਿ ਬੰਕਰਾਂ ਬੁਕਰਾਂ 'ਚ ਵੜ ਜਾਵੋ। ਫਿਰ ਉਹ ਅਮਰੀਕਾ ਦੱਸਦਾ ਕਿ ਸਾਨੂੰ ਇਮਰਾਨ ਪੈ ਕਹਿੰਦਾ, ਈਰਾਨ ਪਹਿਲੇ ਦੱਸ ਦਿੰਦਾ, ਉਹ ਗੱਲ ਹੀ ਕੋਈ ਵਰਨ। ਫਿਰ ਉਹ ਦੱਸਦਾ ਕਿ ਸਾਨੂੰ ਪਹਿਲੇ ਇਤਲਾਹ ਕਰ ਦਿੰਦਾ। ਹੁਣ ਕਦੇ ਫਰੈਂਡਲੀ ਫਾਇਰ ਹੁੰਦੇ ਨੇ, ਕਦੇ ਕੁਛ। ਯਕੀਨ ਕਰੋ ਇਹ ਜਿੰਨੇ ਵੀ ਬੰਦੇ ਆਸੇ ਪਾਸੇ ਨਾਮ ਤੁਸੀਂ ਸੁਣਦੇ ਹੋ ਨਾ, ਜਿਹੜੇ ਦੁਨੀਆ ਟਰੈਵਲ ਕਰਨ ਵਾਲੇ ਨੇ, ਜਿਹਦੇ ਦਾਸ਼ ਵੀ ਲੈ ਲਓ, TTP ਲੈ ਲਓ, TTP PTI ਲੈ ਲਓ, ਇਹ ਹਮਾਸ ਲੈ ਲਓ, ਇਹ ਜਨਾਬ ਹਜ਼ਬੁੱਲਾ ਲੈ ਲਓ, ਇਹ ਸਾਰੀ ਇੱਕੋ ਹੀ ਕੰਪਨੀ ਦੇ ਸਾਰੇ ਬ੍ਰਾਂਡ ਹੈਗੇ ਨੇ। ਇਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ, ਚੜ ਜਾਓ, ਉਹ ਚੜ ਜਾਂਦੇ ਨੇ। ਉਹ ਫਿਰ ਅੱਗੋਂ ਉਲਟਾ ਚੜ ਜਾਂਦਾ ਹੈ, ਉਹਦੀ ਗੋਲੀ, ਇੱਕ ਗੋਲੀ ਕਿਸੇ ਆਸੇ ਪਾਸੇ ਵੀ ਲੰਘ ਜਾਵੇ, ਪੂਰੇ ਫਲਸਤੀਨ ਦੀਆਂ ਬਿਲਡਿੰਗਾਂ ਜਾ ਪੈਂਦੀਆਂ ਨੇ, ਫਲਸਤੀਨਾਂ ਦੇ ਬੱਚੇ ਮਰ ਜਾਂਦੇ ਨੇ, ਬੁੱਢੇ ਮਰ ਜਾਂਦੇ, ਔਰਤਾਂ ਤਬਾਹ ਹੋ ਜਾਂਦੀਆਂ ਨੇ, ਮਲਬੇ ਥੱਲੇ ਆ ਜਾਂਦੀਆਂ ਨੇ। ਉਹਨਾਂ ਨੂੰ ਉਸ ਤੋਂ ਬਾਅਦ ਜ਼ਖਮੀਆਂ ਨੂੰ ਦਵਾਈ ਨਹੀਂ ਪਹੁੰਚਾਉਣੀ। ਇਹ ਹਿਊਮਨ ਰਾਈਟਸ ਦੇ ਠੇਕੇਦਾਰ ਹੈਗੇ ਜੇ। ਦਵਾਈ ਨਹੀਂ ਪਹੁੰਚਣ ਦੇਣੀ, ਮੇਕ ਸ਼ੋਰ ਕਰਨਾ, ਉਹਨੂੰ ਰੋਟੀ ਨਾ ਪਹੁੰਚ ਜਾਵੇ, ਉਹਨਾਂ ਨੂੰ ਸਾਫ਼ ਹਵਾ ਸਾਹ ਲੈਣ ਵਾਸਤੇ ਨਾ ਪਹੁੰਚ ਜਾਵੇ। ਦੁਨੀਆ ਦੀ ਜਿੰਨੀਆਂ ਜ਼ਹਿਰੀਲੀਆਂ ਗੈਸਾਂ, ਜ਼ਹਿਰੀਲੇ ਕੈਮੀਕਲ, ਜਿਨ੍ਹਾਂ ਦੇ ਇਲਜ਼ਾਮ ਸਾਰੀ ਦੁਨੀਆ ਦਾ, ਜਿਸ ਤਰ੍ਹਾਂ ਦੇਖੋ ਇਮਰਾਨ ਖਾਨ ਜਿਹੜਾ ਇਲਜ਼ਾਮ ਲਾਉਂਦਾ ਉਹੀ ਕਰ ਰਿਹਾ ਹੁੰਦਾ ਹੈ। ਉਹ ਜਿਨ੍ਹਾਂ ਦਾ ਉਹਨਾਂ ਦੇ ਸਾਥ ਵੀ ਤਾਂ ਉਹੀ ਕਰਦੇ ਨਾ, ਜਿਹੜੇ ਇਲਜ਼ਾਮ ਦੁਨੀਆ ਤੇ ਲੱਗੇ ਹੁੰਦੇ ਨੇ ਉਹ ਆਪ ਕਰਦਾ ਹੈ। ਅਜੇ ਫਲਾਣੇ ਬੰਦੇ ਕੋਲ ਐਟਮ ਬੰਬ ਸੁੱਟ ਕੇ ਬੈਠੇ ਨੇ ਅਗਲੇ, ਹੀਰੋਸ਼ੀਮਾ ਤੇ ਨਾਗਾਸਾਕੀ ਤੇ। ਉਹ ਫਲਾਣੇ ਬੰਦੇ ਨੇ ਜਿਹੜਾ ਕੈਮੀਕਲ ਬਣਾ ਲਿਆ ਤੇ ਕੈਮੀਕਲ ਹੀ ਮਾਰਦਾ। ਉਹ ਸਾਰਾ ਫਿਰ ਤਬਾਹੀਆਂ ਲੱਥਦੀਆਂ ਨੇ, ਕੰਮ ਤੁਰਦਾ ਰਹਿੰਦਾ। ਆਮ ਬੰਦੇ ਨੂੰ ਅੱਗੇ ਕਰਕੇ ਤੇ ਫਿਰ ਜਿਹੜੇ ਹੀਰੋ ਬਣੇ ਹੁੰਦੇ ਨੇ ਲੁੱਕ ਲੱਗ ਜਾਂਦੇ ਨੇ। ਜਿਹੜੇ ਅਸਲੀ ਬੰਦੇ ਹਨ ਉਹਨਾਂ ਨੂੰ ਚੁੱਕੇ ਤੇ ਕੰਟੇਨਰ ਹੀ ਪਾ ਕੇ ਦੇ ਦਿੰਦੇ ਨੇ। ਉਹਨਾਂ ਦੀ ਮਰਜ਼ੀ ਕੰਟੇਨਰ ਥੱਲੇ ਡਾਇਰੈਕਟ ਅੱਗ ਲਾ ਦੇਣ, ਉਹਨਾਂ ਦੀ ਮਰਜ਼ੀ ਬੰਦਿਆਂ ਨੂੰ ਕੱਢ ਕੇ ਗੋਲੀਆਂ ਮਾਰ ਕੇ ਸਮੁੰਦਰ ਸੁੱਟ ਦੇਣ, ਜਿੱਥੇ ਮਰਜ਼ੀ। ਜਿਹੜੇ ਲੜਨ ਵਾਲੇ ਗੋਲ ਹੁੰਦੇ ਨੇ। ਇਹ ਡਰਾਮਾ ਚੱਲ ਰਿਹਾ ਕਾਫੀ ਦਿਨ, ਇਹ ਚੱਲਦਾ ਰਹੇਗਾ, ਤਬਾਹੀਆਂ ਹੋਰ ਹੁੰਦੀਆਂ ਰਹਿਣਗੀਆਂ ਤੇ ਵੀਡੀਓ ਅਸੀਂ ਵੇਖਦੇ ਰਹਾਂਗੇ। ਇਸਰਾਈਲ ਦੇ ਬੰਬ ਪੇ ਡਿੱਗਦੇ ਨੇ, ਇਸਰਾਈਲ ਤਬਾਹੀ ਹੋ ਗਈ। ਇਹ ਖਬਰਾਂ ਤੁਸੀਂ ਸੁਣੋ ਨਾ, ਹੈਡਲਾਈਨਾਂ, ਥੰਬਨੇਲ ਵੇਖੋ, इसराइल को चारों तरफ से पड़ गए, इसराइल तबाह बर्बाद हो गया। यकीन करो एक बंदा भी किसी चीज़ नहीं टच नहीं की। कोई तो कहते 500 बम मारता, कोई कहता 400 मारता, सवेरे कहते 100 मारता। वो पहले थोड़े दिन पहले एक छड्या सी वो मिसाइल जे, वो तारा ही टंगे हुए सी उत्ते। पाकिस्तानी उन्होंने पाकिस्तान कह रहे मुसलमानों को पागल बनाया जा रहा था, मुसलमान पागल बनाए ने बेचारे। करन भी की हो रहा है, गद्दार ही लाके बैठ गए, विचों ही गद्दार उठते हैं। साडे गद्दार वेखो विचों नहीं उठे। ਐਡ ਵਕੀਲ ਖਲੋਤੇ ਨੇ ਅੱਜ ਬਾਹਰ ਫੈਸਲੇ ਲੈਣ ਵਾਸਤੇ ਤੇ ਬਦਤਮੀਜ਼ੀਆਂ ਕਰ ਰਹੇ ਨੇ, ਤੇ ਜਿਹੜੇ ਕਹਿ ਰਹੇ ਨੇ ਕਿ ਜੀ ਕੋਈ ਫੈਸਲਾ ਸਾਡੇ ਖਿਲਾਫ ਕਰ। ਤੁਹਾਡੇ ਖਿਲਾਫ ਕਾਹਦਾ? ਉਹ ਫੈਸਲਾ ਤੇ ਕਰ ਰਿਹਾ ਆਇਨ ਦੇ ਫੇਵਰ ਦੇ ਵਿੱਚ। ਇੱਥੋਂ ਮਤਲਬ ਸਾਬਤ ਹੋਇਆ ਨਾ, ਜਿਹੜੀ ਚੀਜ਼ ਆਇਨ ਦੀ ਫੇਵਰ ਵਿੱਚ ਹੁੰਦੀ ਹੈ, ਆਇਨ ਨੂੰ ਸਿੱਧਾ ਕਰਨ ਵਾਲੀ ਹੁੰਦੀ, ਤੁਹਾਡੇ ਖਿਲਾਫ ਹੈ। ਕੈਸੀ ਗੱਲ ਹੈ? ਕੌਮ ਜਿਹੜੀ ਹੈ, ਕੌਮ ਕਹਿੰਦੇ ਸਾਨੂੰ ਮਹਿੰਗਾਈ ਨਹੀਂ ਚਾਹੀਦੀ, ਸਾਨੂੰ ਰੋਟੀ ਚਾਹੀਦੀ ਹੈ, ਸਾਨੂੰ ਬਿਜਲੀ ਸਸਤੀ ਚਾਹੀਦੀ, ਸਾਨੂੰ ਪੈਟਰੋਲ ਚਾਹੀਦਾ, ਸਾਨੂੰ ਉਹਨੂੰ ਕਰਨ ਵਾਸਤੇ ਸਾਰਾ ਕੁਝ ਕਰਨ ਵਾਸਤੇ ਯਕਦਮ ਤਾਂ ਨਹੀਂ ਠੀਕ ਹੋ ਜਾਣਾ ਨਾ। ਉਹਨੂੰ ਕਰਨ ਵਾਸਤੇ ਕੋਈ ਸ਼ਰੀਅਤ ਸਿੱਧੇ ਬੰਦੇ ਨੇ, ਹਰ ਚੀਜ਼ ਸਿੱਧੀ ਬੰਦੀ ਰਹੀ ਹੈ, ਤੇ ਇਹਨਾਂ ਨੂੰ ਸੂਲ ਉੱਠਦੇ ਨੇ ਪੇਟਾਂ ਦੇ ਵਿੱਚ। ਹੁਣ ਸ਼ੁਭਾਸ਼ ਸਿੰਘ ਜਿਹੜੀ ਤਕਰੀਰ ਕੀਤੀ, ਤੁਸੀਂ ਵੇਖਦੇ ਆ ਕਿੰਨੇ ਅਰਸਾ ਹੋ ਗਿਆ। ਜਦੋਂ ਤੁਸੀਂ ਮੇਰੇ ਤਰ੍ਹਾਂ ਪੁੱਛਦੇ ਸੀ ਇਹਨਾਂ ਨੂੰ, ਉਹ ਇਮਰਾਨ ਖਾਨ ਨੇ ਕੀਤਾ ਕੀ ਹੈ? ਕਦੀ ਕਹਿੰਦੇ ਸੀ ਉਹ ਇੰਨੇ ਦਰਖਤ ਲਾਤੇ ਤੇ ਫਲਾਣੇ, ਉਹ ਕਹਿੰਦੇ ਸੀ ਸਾਰੇ ਕਹਿੰਦੇ ਯਾਰ ਸਾਬਤ ਕਰੋ, ਇਸ ਤਰ੍ਹਾਂ ਹਵਾਵਾਂ ਚੱਲੀਆਂ ਟੀਵੀਆਂ ਤੇ ਸੋਸ਼ਲ ਮੀਡੀਆ ਤੇ ਨਹੀਂ ਚਾਹੀਦੇ, ਸਹੀ ਭਾਓ। ਤੇ ਬੜੀ ਗੱਲ ਜੋ ਜਾਂਦੇ ਸੀ, ਕਹਿੰਦੇ ਤਕਰੀਰ ਨਹੀਂ ਕੀਤੀ। ਉੱਥੇ UN ਨੂੰ ਜਾ ਕੇ ਉਹ ਆਲਮੇ ਇਸਲਾਮ ਦਾ ਲੀਡਰ ਬਣ ਗਿਆ ਜਿਸ ਨੇ ਉਹਨੇ ਤਕਰੀਰ ਕੀਤੀ। ਤੇ ਯਾਰ ਯਕੀਨ ਕਰੋ, ਇਹ ਬੰਦੇ ਐਡੇ ਬੇਵਕੂਫ ਜੇ ਜਾਂ ਬਣਾਉਂਦੇ ਨੇ। ਇਹ ਕਹਿੰਦੇ ਇਹਨਾਂ ਨੂੰ ਪਤਾ ਸਾਰਾ, ਇਹਨਾਂ ਨੂੰ ਪਤਾ ਕਿ ਸਾਰੀ ਗੱਲਾਂ ਅਸੀਂ ਗਲਤ ਕਰ ਰਹੇ ਹਾਂ, ਤੁਹਾਨੂੰ ਬਣਾਉਂਦੇ ਨੇ ਬੇਵਕੂਫ। ਉਹ ਤਕਰੀਰ ਜਿਹੜੀ ਨਵਾਜ਼ ਸ਼ਰੀਫ ਨੇ ਤਕਰੀਰ ਕੀਤੀ ਸੀ ਆਖਰੀ UN ਦੇ ਵਿੱਚ, ਉਹਨੇ ਬਰਹਾਨ ਵਾਨੀ ਨੂੰ ਕੱਢ ਕੇ ਬਾਕੀ ਉਹੀ ਤਕਰੀਰ ਸੀ, ਲਾ ਕੇ ਵੇਖ ਲਓ, ਜੋ ਮਰਜ਼ੀ ਚੈੱਕ ਕਰ ਲਓ, ਕੋਈ ਫਰਕ ਨਹੀਂ ਸੀ। ਉਹੀ ਲਿਖੀ ਉਹੀ ਸਾਰੀ ਪੜ੍ਹਤੀ ਸੀ ਸਾਰੀ ਦੁਨੀਆ ਤੇ ਜੀ। ਉਹ ਜੀ ਪਰਚੀ ਤੇ ਲਿਖ ਕੇ ਪੜ੍ਹਦੇ ਨੇ ਜੀ, ਪਰਚੀਆਂ ਤੇ ਲਿਖ ਕੇ। ਉਹ ਯਾਰ ਪਰਚੀਆਂ ਤੇ ਹੁਣ ਤੁਹਾਡੇ ਅੱਬੇ ਨੇ, ਤੁਹਾਡੇ ਵਾਲੇ ਸਾਹਿਬ ਨੇ ਹੁਣ ਤਕਰੀਰ ਕੀਤੀ ਉੱਥੇ, ਜਿਹਨੇ ਦੁਨੀਆ 'ਚ ਧੁਨਾਂ ਪਈਆਂ ਨੇ, ਜਿਹਨੇ ਸਾਬਤ ਕੀਤਾ ਆਲਮੇ ਇਸਲਾਮ ਦਾ ਲੀਡਰ ਹੈਗਾ। ਅੱਛਾ, ਉਹਨੇ ਕੋਈ ਪਰਚੀ ਵੇਖੀ? ਉਹਨੇ ਤਾਂ ਪੂਰੀ ਆਇਤ ਪੜ੍ਹਤੀ ਪਰਚੀ ਬਗੈਰ, ਉਹਨੇ ਪੂਰੀ ਤਕਰੀਰ ਕਰਤੀ। ਉਹ ਸਾਹਮਣੇ ਪਈ ਸਾਨੂੰ ਵੇਖ ਪੜੀ ਗਿਆ। ਤੁਸੀਂ ਉਹਨੂੰ ਥੁੱਕ ਲਾਉਣ ਤੋਂ ਮਸ਼ਹੂਰ ਕੀਤਾ ਹੈ, ਉਹਨੇ ਲਾਈ ਨਾ, ਫਿਰ ਪਤਾ ਲੱਗਾ ਜੇ ਕੈਸੀ ਥੁੱਕ ਲਾਈ ਉਹਨੇ। ਫਿਰ ਉਹ ਥੁੱਕ ਲਾਉਣ ਦਾ ਵੀ ਮਾਹਿਰ ਹੈਗਾ ਜੇ। ਉਹ ਕਹਿੰਦਾ ਡਾਂਗ ਫਿਰਨੀ, ਆਪਕੋ ਡਾਂਗ ਫਿਰਨੀ ਹੈ, ਕਿਹਾ ਸੀ ਨਾ, ਤੇ ਫਿਰ ਹੀ ਨਾ ਫਿਰਦੀ ਪਈ ਨਾ। ਤੇ ਜੋ ਉਹਨੇ ਉੱਥੇ ਕਿਹਾ ਵੀ ਦਲੇਰੀ ਦਾ ਕੰਮ ਹੈ, ਜੇ ਤੁਹਾਡਾ 10 ਵਾਰੀ ਜੰਮ ਗਿਆ ਵੀ ਨਹੀਂ ਕਹਿ ਸਕਦਾ, ਇੱਕੋ ਤਰੀਕੇ ਨਾਲ ਕਹਿ ਸਕਦਾ ਸੈਟੀਫਾਈਡ। ਮੈਂ ਇਹ ਕਹਾਂਗਾ ਤੇ ਤੁਸੀਂ ਚੁੱਪ ਕਰ ਰਹਿਣਾ, ਬਸ ਇੱਕੋ ਸੈਟੀਫਾਈਡ। ਬੜੇ ਪਾਕਿਸਤਾਨੀਆਂ ਹੋਸ਼ ਕਰੋ, ਕਿਸੇ ਤਰੀਕੇ ਨਾਲ ਹੋਸ਼ ਕਰ ਲਓ, ਜਾਗੋ। ਮੁਸਲਮਾਨੋ ਹੋਸ਼ ਕਰ ਲਓ, ਜਾਗੋ। ਇਹ ਡਰਾਮੇ ਸਦੀਆਂ ਲੰਘੀਆਂ ਨੇ, 75 70 ਸਾਲ 80 ਸਾਲ ਹੋ ਗਏ ਨੇ, ਹਾਲੇ ਵੀ ਨਹੀਂ ਸਮਝ ਆ ਰਹੀ।
ਉਹ ਮੈਨੂੰ ਤੇ ਉਹਨਾਂ ਲੋਕਾਂ ਤੇ ਦੁੱਖ ਚੜਦਾ ਜਿਹੜੇ ਪਾਕਿਸਤਾਨ ਦੇ ਵਿੱਚ ਜੰਮੇ ਪਲੇ, ਪਾਕਿਸਤਾਨ ਉਹਨਾਂ ਦਾ ਮੁਲਕ, ਪਾਕਿਸਤਾਨ ਕੋਲੋਂ ਮੰਗਦੇ ਨੇ ਕਿ ਇਹ ਵੀ ਦਿਓ ਉਹ ਵੀ ਦਿਓ। ਤੇ ਜਦੋਂ ਇੱਕ ਪਾਸੇ ਪਾਕਿਸਤਾਨ ਹੁੰਦਾ ਇੱਕ ਪਾਸੇ ਇਰਾਨ ਹੁੰਦਾ, ਇਰਾਨ ਉਹ ਵੀ ਇਰਾਨ ਠੀਕ ਹੈ ਜੋ ਕਿ ਆਪਣੇ ਘਰ ਹੋਵੇ, ਤੁਸੀਂ ਤੁਹਾਡਾ ਪਾਕਿਸਤਾਨ ਹੈਗਾ, ਤੁਸੀਂ ਐਡੇ ਗਦਾਰੇ ਵਤਨ ਹੈਗੇ ਜੇ। ਕਦੇ ਕੋਈ ਮਜ਼ਹਬੀ ਤੌਰ ਤੇ ਟੁੱਟ ਪੈਂਦਾ, ਕੋਈ ਉਸ ਤਰ੍ਹਾਂ ਰੇਸ ਦੇ ਤੌਰ ਟੁੱਟ ਪੈਂਦਾ, ਕੋਈ ਆਪਣੇ ਰੰਗ ਤੋਂ ਟੁੱਟ ਪੈਂਦਾ, ਕੋਈ ਆਪਣੀ ਬੋਲੀ ਤੋਂ ਟੁੱਟ ਪੈਂਦਾ। ਉਹ ਜੋ ਕਿ ਜੀ ਉਹਨਾਂ ਦੀ ਸਾਡੀ ਜ਼ੁਬਾਨ ਇੱਕ ਹੈ, ਬਈ ਜ਼ੁਬਾਨ ਇੱਕ ਹੈ। ਤੇ ਤੁਸੀਂ ਉਦੋਂ ਚਲੇ ਜਾਣਾ ਸੀ ਉੱਧਰ ਜਦੋਂ ਇੱਥੇ ਬਟਾਰਾ ਹੋਇਆ ਸੀ, ਉਦੋਂ ਇੱਥੇ ਫੁੱਫੀ ਵਿਆਹ ਵਾਸਤੇ ਬੈਠੇ ਸੀ ਜੇ, ਉੱਠ ਕੇ ਟੁਰ ਕੇ ਚਲੇ ਜਾਂਦੇ, ਤੁਹਾਡੀ ਜ਼ੁਬਾਨ ਇੱਕ ਸੀ ਉੱਧਰ ਚਲੇ ਜਾਂਦੇ। ਅੱਜ ਤੁਹਾਨੂੰ ਜ਼ੁਬਾਨ ਹੈ ਕਿ ਉਹ ਜ਼ੁਬਾਨ ਤੇ ਹੁਣ ਪੂਰੇ ਯੂਰਪ ਦੇ ਦੇਖੋ ਕਿਹੜੀ ਕਿਹੜੀ ਜ਼ੁਬਾਨ ਬੋਲੀ ਜਾਂਦੀ ਹੈ। ਕਿਆ ਹੁਣ ਜਿੱਥੇ ਤੇ ਇੰਗਲਿਸ਼ ਬੋਲੀ ਜਾਂਦੀ ਉਹ ਮਤਲਬ ਕਿ ਹੈ ਨਾ ਜ਼ੁਬਾਨ ਇੱਕ ਹੈ, ਪੂਰਾ ਮਿਡਲ ਈਸਟ ਅਰਬੀ ਬੋਲੀ ਜਾਂਦੀ ਹੈ। ਤੇ ਉਹ ਮੁਲਕ ਕੀ ਕਹਿੰਦੇ ਸਾਡੀ ਜ਼ੁਬਾਨ ਇੱਕ ਹੈ। ਯਾਰ ਐਸੇ ਗਲਤ ਤੁਹਾਨੂੰ ਸੁਣਾ ਜਾਂਦੇ, ਤੁਸੀਂ ਸੁਣ ਲੈਂਦੇ ਹੋ ਕੁਝ ਵੀ, ਉਹਨਾਂ ਦੀ ਜ਼ੁਬਾਨ ਸਾਡੀ ਇੱਕ ਹੈ, ਪੂਰੇ ਮਿਡਲ ਈਸਟ ਦੀ ਜ਼ੁਬਾਨ ਇੱਕ ਅਰਬੀ ਬੋਲਦੇ ਨੇ ਸਾਰੇ। ਤੇ ਹਾਲਤ ਵੇਖੋ ਉੱਥੇ ਕੀ ਹੈਗੀ ਹੈ, ਇੱਕ ਮੁਲਕ ਵੜ ਜਾਓ ਤਾਂ ਉੱਥੇ ਦੁਨੀਆ ਦੀ ਸਾਰੀ ਦੌਲਤ ਇਕੱਠੀ ਹੋਈ ਹੈ। ਉਹਦੇ ਨਾਲ ਹੀ ਸਰਹੱਦ ਪਾਰ ਕਰਕੇ ਜਾਓ ਤੇ ਉੱਥੇ ਰੋਟੀ ਨਹੀਂ ਖਾਣ ਦਿੰਦੇ, ਬੱਚਿਆਂ ਦੇ ਮੂੰਹ ਰੋਟੀ ਹੋਵੇ ਖੋਹ ਲੈਂਦੇ ਨੇ। ਉੱਥੇ ਇਮਦਾਦ ਕਰਕੇ ਵੇਖੋ। ਹਾਂ ਉਹ ਕਹਿੰਦਾ ਜੀ ਸਾਨੂੰ ਇਸਰਾਈਲ ਕੀ ਕਹਿੰਦਾ ਸਾਨੂੰ ਆਪਣੇ ਉਹ ਦਿਫਾ ਦਾ ਹੱਕ ਹੈ। ਤੇ ਉਹ ਜਿਹਨਾਂ ਦਾ ਮੁਲਕ ਤੇ ਕਬਜ਼ਾ ਕਰੇ ਉਹਨੂੰ ਦਿਫਾ ਦਾ ਹੱਕ ਨਹੀਂ ਹੈਗਾ। ਉਹਦੇ ਬੱਚੇ ਨੇ ਉਹਨਾਂ ਨੂੰ ਜੀਣ ਦਾ ਹੱਕ ਨਹੀਂ ਹੈਗਾ, ਰੋਟੀ ਖਾਣ ਦਾ ਹੱਕ ਨਹੀਂ ਹੈਗਾ। ਤੁਹਾਡਾ ਹੱਕ ਮਤਲਬ ਕਿ ਉਹਨੇ ਮਨਾ ਲਿਆ ਨਾ, ਅੱਗੇ ਲਾ ਲਏ ਨੇ ਸਾਡੇ ਗਦਾਰੇ ਦੇ ਹੋਇਆ ਤੋਂ। ਬੜਾ ਲੱਗੇ ਰਹਾਂਗੇ ਗੱਪਾਂ ਸ਼ੱਪਾਂ। ਸਾਡਾ ਕੰਮ ਹੈ ਸ਼ੋਰ ਕਰਨਾ, ਤੁਹਾਡਾ ਕੰਮ ਹੈ ਗੌਰ ਕਰਨਾ। ਅਸੀਂ ਸ਼ੋਰ ਕਰਦੇ ਰਹਿਣਾ, ਅਸੀਂ ਗੌਰ ਕਰਦੇ ਰਹਿਣਾ। ਦੋਵਾਂ ਯਾਦ ਰੱਖਣਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਅੱਲਾ ਹਾਫਿਜ਼।